ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਅੱਜ ਮੌਰਗੇਜ ਸੰਬੰਧੀ ਤਿੰਨ ਚਾਰ ਸਵਾਲ ਜਿਹੜੇ ਅਸੀਂ ਇਸ ਵਾਰੀ ਗੱਲਬਾਤ ਕਰਨੀ ਹੈ ਸਰਦਾਰ ਕੁਲਦੀਪ ਸਿੰਘ ਸਿੱਧੂ ਹੋਣਾ ਨਾਲ ਖਾਲਸਾ ਕ੍ਰੈਡਿਟ ਯੂਨੀਅਨ ਤੋਂ। ਅਸੀਂ ਹਰ 2 ਹਫ਼ਤੇ ਬਾਅਦ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਕੋਈ ਵੀ ਅਪਡੇਟ ਹੁੰਦੀ ਆ ਉਹਦੇ ਬਾਰੇ ਜਾਂ ਸਾਡੇ ਬਹੁਤ ਸਾਰੇ ਸਵਾਲ ਹੁੰਦੇ ਆ ਉਹ ਅਸੀਂ ਉਹਨਾਂ ਦੇ ਨਾਲ ਸਾਂਝੇ ਕਰਦੇ ਹਾਂ। ਅੱਜ ਜੇ ਇਸ ਮੁੱਦੇ 'ਤੇ ਅਸੀਂ ਗੱਲਬਾਤ ਕਰਨੀ, ਇੱਕ ਤਾਂ ਮੌਰਗੇਜ ਦੇ ਵਿੱਚ ਅਪਡੇਟ ਕੀ ਹੈ ਇਸ ਵੇਲੇ। ਪਿਛਲੇ ਸਮੇਂ ਦੇ ਵਿੱਚ ਗੱਲਬਾਤ ਹੋਈ ਸੀ ਕਿ ਮੌਰਗੇਜ ਦੇ ਨਿਯਮ ਸਖਤ ਹੋ ਰਹੇ ਆ, ਉਹਦੇ ਤੋਂ ਬਾਅਦ ਕੋਈ ਅਸਰ ਪਿਆ ਮਾਰਕੀਟ ਦੇ ਉੱਤੇ। ਤੇ ਦੂਜੀ ਗੱਲਬਾਤ, ਘਰਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਆ, ਉਹਦੇ ਤੋਂ ਬਾਅਦ ਉਹ ਜਿਹੜੀ ਵਧੀ ਕੀਮਤ ਆ ਉਹਨੂੰ ਉਸ ਪੈਸੇ ਨੂੰ ਯੂਜ਼ ਕੀਤਾ ਜਾ ਸਕਦਾ, ਕੱਢਿਆ ਜਾ ਸਕਦਾ, ਉਹਦੇ ਲਈ ਇਨਕਮ ਕਿੰਨੀ ਚਾਹੀਦੀ ਆ। ਤੀਜੀ ਗੱਲਬਾਤ ਜਿਹੜੀ ਅਸੀਂ ਅੱਜ ਕਰਨੀ ਹੈ ਕ੍ਰੈਡਿਟ ਸਕੋਰ ਬਾਰੇ। ਕ੍ਰੈਡਿਟ ਸਕੋਰ ਕੀ ਹੁੰਦਾ, ਇਹਨੂੰ ਕਿੱਦਾਂ ਬਣਾਇਆ ਜਾ ਸਕਦਾ, ਮੇਨਟੇਨ ਕਿੱਦਾਂ ਰੱਖ ਸਕਦੇ ਹਾਂ, ਕ੍ਰੈਡਿਟ ਕਾਰਡ ਦਾ ਇਹਦੇ ਵਿੱਚ ਕੀ ਰੋਲ ਹੁੰਦਾ, ਮੌਰਗੇਜ ਦਾ ਕੀ ਰੋਲ ਹੁੰਦਾ, ਤੇ ਜਿਹੜੀ ਆ ਇਹਦੇ ਬਾਰੇ ਕੁਝ ਗੱਲਾਂ ਬਾਤਾਂ ਅੱਜ ਉਹਨਾਂ ਦੇ ਨਾਲ ਆਪਾਂ ਕਰਦੇ ਹਾਂ। ਸਰਦਾਰ ਕੁਲਦੀਪ ਸਿੰਘ ਸਿੱਧੂ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮੱਚ। ਸਭ ਤੋਂ ਪਹਿਲਾਂ ਸਾਨੂੰ ਦਿਓ ਜੀ ਜਾਣਕਾਰੀ, ਕੀ ਅਪਡੇਟ ਆ ਇਸ ਵੇਲੇ? ਕੋਈ ਇੰਟਰਸਟ ਰੇਟ ਵਧੇ ਆ, ਕੋਈ ਕੀ ਹੋ ਕੀ ਰਿਹਾ ਜੀ ਇਸ ਵੇਲੇ ਮਾਰਕੀਟ 'ਚ? ਇੰਟਰਸਟ ਰੇਟ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਪਹਿਲਾਂ ਤਾਂ ਬੈਂਕ ਆਫ ਕੈਨੇਡਾ ਦੀ ਇਨਫੋਰਮੇਸ਼ਨ ਆਉਂਦੀ ਹੈ। ਸੋ ਲਾਸਟ ਟਾਈਮ ਜਦੋਂ ਉਹਨਾਂ ਦੀ ਮੀਟਿੰਗ ਹੋਈ ਸੀ ਤਾਂ ਉਹਨਾਂ ਨੇ ਸੇਮ ਪ੍ਰਾਈਮ ਆਪਦਾ ਸੇਮ ਰੱਖਿਆ ਹੈਗਾ, ਵਿਚ ਇਜ਼ 0.25। ਸੋ ਉਹਦੇ ਵਿੱਚ ਕੋਈ ਚੇਂਜ ਨਹੀਂ। ਵਿਦ ਰਿਸਪੈਕਟ ਟੂ ਕਿ ਉਹਨਾਂ 'ਚ ਕੋਈ ਚੇਂਜ ਨਹੀਂ, ਸੋ ਬੈਂਕਾਂ ਦੇ ਵਿੱਚ ਵੀ ਕੋਈ ਜ਼ਿਆਦਾ ਹਿਲਚੁਲ ਨਹੀਂ ਹੈਗੀ ਰਾਈਟ ਨਾਓ ਇਨ ਦਾ ਮਾਰਕੀਟ। ਸੋ ਉਹ ਸੇਮ ਰੇਟਸ ਪ੍ਰਵੇਲ ਕਰਦੇ ਆ। ਹਾਂ, ਜਿਹੜੀ ਫਿਕਸਡ ਮੌਰਗੇਜਸ ਨੇ ਉਹ ਥੋੜ੍ਹੀਆਂ ਜਿਹੀਆਂ ਕਾਸਟਲੀ ਹੋ ਗਈਆਂ ਨੇ, ਲਿਟਲ ਬਿਟ ਬਟ ਨਾਟ ਹਾਈ ਐਜ਼ ਕੰਪੇਅਰ ਟੂ ਦ ਵੇਰੀਏਬਲਸ, ਰਾਈਟ। ਸੋ ਲਾਸਟ ਜਿਹੜੀ ਆਪਣੀ ਅਪਡੇਟ ਸੀ ਉਸ ਦੇ ਨੇੜੇ ਤੇੜੇ ਹੀ ਹੈਗਾ, ਬਿਕੋਜ਼ ਜਿਹੜੀ ਪ੍ਰੋਡਿਕਸ਼ਨ ਹੈਗੀ ਹੈ ਜੋ ਬੈਂਕ ਆਫ ਕੈਨੇਡਾ ਨੇ, ਜੋ ਵੀ ਆਪਣੇ ਇਨਫਲੇਸ਼ਨ ਵਗੈਰਾ ਹੈਗਾ ਉਹ ਜ਼ਰੂਰ ਅੱਪ ਗਿਆ ਹੈਗਾ, 3.6 ਤੇ ਹੈਗਾ ਰਾਈਟ ਨਾਓ ਇਨਫਲੇਸ਼ਨ। ਸੋ ਜਦੋਂ ਆਪਾਂ ਦੇਖਦੇ ਹਾਂ ਕਿ ਇਹਦਾ ਆਪਸੀ ਕੰਬੀਨੇਸ਼ਨ ਕੀ ਹੈਗਾ, ਰਿਲੇਸ਼ਨ ਕੀ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਬੈਂਕ ਰੇਟ ਦੀ ਐਂਡ ਇਨਫਲੇਸ਼ਨ ਦੀ। ਸੋ ਜਦੋਂ ਇਨਫਲੇਸ਼ਨ ਵੱਧ ਜਾਂਦੀ ਹੈ ਤਾਂ ਫਿਰ ਬੈਂਕ ਆਪਣਾ ਜਿਹੜਾ ਬੈਂਕ ਆਫ ਕੈਨੇਡਾ ਆਪਣਾ ਜਿਹੜਾ ਰੇਟ ਹੈਗਾ ਉਹ ਥੋੜ੍ਹਾ ਜਿਹਾ ਇਨਕਰੀਜ਼ ਕਰ ਦਿੰਦੀ ਹੁੰਦੀ ਹੈ, ਪਰ ਹਜੇ ਕੀਤਾ ਨਹੀਂ ਉਹਨਾਂ ਨੇ, ਬਿਕੋਜ਼ ਉਹਨਾਂ ਨੇ ਮਨੀ ਦੀ ਸਪਲਾਈ ਹੈ ਜਿਹੜੀ ਟੂ ਦ ਮਾਰਕੀਟ ਉਹਨੂੰ ਕੰਟਰੋਲ ਕਰਨਾ ਹੁੰਦਾ। ਸੋ ਇਨਫਲੇਸ਼ਨ ਬਿਕੋਜ਼ ਆਫ ਦ oil prices little bit going up, so that's why the inflation got 3.6. Moreover, the economy is recovering from the COVID scenario, so open up ho rahi hai, so all the sectors, so it's going to be good. ਤੇ ਜਿਹੜੀ ਤੁਸੀਂ ਗੱਲਬਾਤ ਦੱਸੀ ਹੈ ਕਿ ਫਿਕਸਡ ਮੌਰਗੇਜ ਵਿੱਚ ਥੋੜ੍ਹਾ ਜਿਹਾ ਫਰਕ ਪਿਆ, ਵੇਰੀਏਬਲ ਠੀਕ ਰਹੀ, ਥੋੜ੍ਹਾ ਜਿਹਾ ਦੋਵਾਂ ਨੂੰ ਸਮਝਾ ਕੇ ਦੱਸੋਗੇ ਕਿ ਕਿੰਨਾ ਕੁ ਫਰਕ ਪਿਆ ਔਰ ਉਹਦਾ ਕਾਰਨ ਕੀ ਹੈ ਜੀ? ਜਿਹੜੀ ਫਿਕਸ ਕਲੋਜ਼ ਮੌਰਗੇਜ ਆ ਉਹ ਥੋੜ੍ਹੀ ਜੀ ਆਈ ਵਿਲ ਸੇ 0.15 ਨੀਅਰ ਅਬਾਊਟ, ਕਿਸੇ ਬੈਂਕ ਨੇ 0.10, ਕਿਸੇ ਨੇ 0.15 ਥੋੜ੍ਹੀ ਜੀ ਇਨਕਰੀਜ਼ ਕੀਤੀ ਹੈ। ਇਹ ਥੋੜ੍ਹਾ ਜਿਹਾ ਦੱਸੋਗੇ ਦੋਹਾਂ ਦਾ ਫਰਕ ਕੀ ਹੁੰਦਾ ਜੀ? ਵੈਸੇ ਫਰਕ ਹੁੰਦੀ ਹੈ ਜੀ, ਜਿਵੇਂ ਹੁਣ ਜਿਹੜੀ ਵੇਰੀਏਬਲ ਮੌਰਗੇਜ ਆ ਨਾ, ਵੇਰੀਏਬਲ ਮੌਰਗੇਜ ਦੇ ਵਿੱਚ ਇੱਕ ਵੇਰੀਏਬਲ ਓਪਨ ਹੁੰਦੀ ਹੈ ਵਿਚ ਇਜ਼ ਲਿੰਕ ਟੂ ਦਾ ਪ੍ਰਾਈਮ। ਉਹ ਹੁੰਦੀ ਹੈ ਕਿ ਪ੍ਰਾਈਮ ਪਲੱਸ ਔਰ ਪ੍ਰਾਈਮ ਮਾਈਨਸ, ਜੋ ਵੀ ਤੁਹਾਡੀ ਨੈਗੋਸ਼ੀਏਸ਼ਨ ਉਸ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਨਾਲ ਹੈਗੀ ਆ। ਸੋ ਉਹਦੇ ਵਿੱਚ ਕੀ ਹੈ ਕਿ ਵੈਨ ਐਵਰ ਯੂ ਪੇ ਦੇਰ ਇਜ਼ ਨੋ ਪੈਨਲਟੀ, ਇਟਸ ਓਪਨ ਮੌਰਗੇਜ, ਠੀਕ ਹੈ। ਜਿਹੜੀ ਫਿਕਸਡ ਮੌਰਗੇਜ ਹੁੰਦੀ ਆ ਉਹ ਹੁੰਦੀ ਹੈ ਇੱਕ ਸਰਟਨ ਪੀਰੀਅਡ ਆਫ ਟਾਈਮ ਦੇ ਲਈ, ਸੇ 2 year 3 year 5 year, ਰਾਈਟ। ਸੋ ਉਹ ਰੇਟ ਕਮਿਟਮੈਂਟ ਹੁੰਦੀ ਆ। ਸੋ ਫਿਕਸ ਦੇ ਵਿੱਚ ਜੋ ਤੁਹਾਨੂੰ ਉਹਨਾਂ ਨੇ ਰੇਟ ਦੇਤਾ, ਸਪੋਜ਼ ਰਾਈਟ ਨਾਓ ਇਨ ਦਾ ਮਾਰਕੀਟ ਟੂਡੇ ਇਜ਼ 2.25 2.3 2.15 ਸਮਥਿੰਗ ਨੀਅਰ ਅਬਾਊਟ, ਰਾਈਟ। ਸੋ ਉਹ ਉਨੇ ਟਾਈਮ ਲਈ ਚੱਲੀ ਜਾਣਾ ਰੇਟ, ਡਜ਼ਨਟ ਮੈਟਰ ਪ੍ਰਾਈਮ ਵੱਧਦਾ ਘਟਦਾ, ਫਿਕਸ ਤੇ ਉਹਦਾ ਕੋਈ ਅਸਰ ਨਹੀਂ। ਸੋ ਉਹ ਉਨਾ ਹੀ ਰਹੇਗਾ। ਵੇਰੀਏਬਲ, ਜਦੋਂ ਵੇਰੀਏਬਲ ਤੇ ਗੱਲ ਕਰਦੇ ਹਾਂ ਤਾਂ ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦਾ। ਕੱਲ੍ਹ ਨੂੰ ਪ੍ਰਾਈਮ ਵੱਧ ਜੂਗਾ, ਤੁਹਾਡਾ ਰੇਟ ਵੱਧ ਜਾਣਾ, ਤੁਹਾਡਾ ਪ੍ਰਾਈਮ ਘਟ ਗਿਆ, ਤੁਹਾਡਾ ਰੇਟ ਘਟ ਜਾਣਾ। ਚੰਗੀ ਕਿਹੜੀ ਹੁੰਦੀ ਹੈ ਜੀ ਇਹਦੇ ਵਿੱਚੋਂ? ਕੋਈ ਇੱਦਾਂ ਦੋਨੋਂ ਹੀ ਚੰਗੇ ਨੇ ਜੀ, ਹਰ ਇੱਕ ਤੇ ਡਿਪੈਂਡ ਕਰਦਾ ਉਹਦੇ ਪਰਸਨਲ ਸਰਕਮਸਟੈਂਸਿਸ ਤੇ। ਹੁਣ ਦੱਸਿਓ ਥੋੜ੍ਹਾ ਜਿਹਾ ਚੇਂਜ ਕੀ ਹੋਇਆ ਉਹਦੇ ਵਿੱਚ ਤੇ ਕਿਉਂ ਹੋਇਆ ਜੀ? ਬੈਂਕਸ ਨੇ ਥੋੜ੍ਹਾ ਜਿਹਾ, ਉਹਨਾਂ ਨੂੰ ਪਤਾ ਕਿ ਹੁਣ ਰੇਟ ਡਾਊਨ ਸੀਗੇ ਬੈਂਕ ਆਫ ਕੈਨੇਡਾ ਦੇ, ਠੀਕ ਹੈ ਜੀ। ਸੋ ਮੇ ਬੀ ਐਵਰੀਬਡੀ ਇਜ਼ ਪ੍ਰੈਡਿਕਟਿੰਗ ਕਿ ਦੇਰ ਗੋਨਾ ਬੀ ਲਿਟਲ ਬਿਟ ਚੇਂਜ ਇਨ ਦਾ ਰੇਟ, ਮੇ ਬੀ ਇਟਸ ਗੋਨਾ ਅਪ। ਸੋ ਦੈਟਸ ਵਾਈ ਦੇ ਉਹਨਾਂ ਨੇ ਫਿਕਸ ਦੇ ਰੇਟ ਥੋੜ੍ਹੇ ਜਿਹੇ ਅਪ ਕਰ ਦਿੱਤੇ ਨੇ, ਠੀਕ ਹੈ। ਸੋ ਕਿਉਂਕਿ ਵਧਣਾ ਤਾਂ ਵੱਧ ਤੋਂ ਵੱਧ ਕੁਆਟਰ ਵਧੇਗਾ, ਠੀਕ ਹੈ, 0.25% ਦਾ ਇਨਕਰੀਜ਼ ਹੋਏਗਾ। ਸੋ ਅਕੋਰਡਿੰਗਲੀ ਜੇ ਉਹ 0.25% ਹੋਇਆ ਤੇ ਵੇਰੀਏਬਲਸ ਤਾਂ ਆਟੋਮੈਟਿਕਲੀ ਚੇਂਜ ਆ ਜਾਣੀਆਂ, ਕਿਉਂਕਿ ਉਹ ਪ੍ਰਾਈਮ ਦੇ ਨਾਲ ਲਿੰਕ ਹੈ। ਸੋ ਫਿਕਸ ਦੇ ਵਿੱਚ ਉਹਨਾਂ ਨੇ ਫਿਰ ਹੁਣ ਤੋਂ ਹੀ ਬੈਠੇ ਨੇ ਸੋਚਣ ਵਾਲੇ, ਉਹਨਾਂ ਨੇ ਦੈਟਸ ਵਾਈ ਦੇ ਥਿੰਕ ਕਿ ਓਕੇ ਵਾਈ ਨਾਟ ਵੀ ਵਿਲ ਇਨਕਰੀਜ਼ ਲਿਟਲ ਬਿਟ ਔਨ ਦਾ ਫਿਕਸ। ਸੋ ਕਿਉਂਕਿ ਪ੍ਰੋਡਿਕਸ਼ਨਸ ਇਹੀ ਨੇ ਕਿ ਮੇ ਬੀ ਇਨ ਨੀਅਰ ਫਿਊਚਰ ਦੇ ਗੋਨਾ ਚੇਂਜ ਦਾ ਰੇਟ। ਜੂਨ ਦੇ ਵਿੱਚ ਗੱਲਾਂ ਬਾਤਾਂ ਚੱਲੀਆਂ ਸੀ ਵੀ ਹੁਣ ਮੌਰਗੇਜ ਲੈਣੀ ਔਖੀ ਹੋ ਗਈ ਆ, ਸਖਤ ਹੋ ਗਈ ਆ, ਘੱਟ ਲੋਕ ਲੈਣਗੇ, ਕਿੰਨਾ ਕੁ ਅਸਰ ਪਿਆ ਜੀ? ਕੀ ਆਬਜ਼ਰਵੇਸ਼ਨ? ਦੇਖੋ, ਆਬਜ਼ਰਵੇਸ਼ਨ ਤਾਂ ਇਹ ਹੈ ਕਿ ਨੋ ਡਾਊਟ ਅਸਰ ਪਿਆ,
ਠੀਕ ਹੈ ਜੀ, ਕਿਉਂਕਿ ਕਿੱਥੇ ਤੁਸੀਂ 4.79 ਤੇ ਕੁਆਲੀਫਾਈ ਕਰਨਾ ਸੀ, ਕਿੱਥੇ ਹੁਣ ਤੁਹਾਨੂੰ 5.25 ਤੇ ਕੁਆਲੀਫਾਈ ਕਰਨਾ ਪੈ ਰਿਹਾ, ਤੁਹਾਡੀ ਕਿਸ਼ਤ ਵੱਧ ਗਈ, ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ ਰੇਸ਼ੀਓਜ਼ ਆਲ ਟੂਗੈਦਰ ਡਿਫਰੈਂਟ ਹੋ ਗਈਆਂ। ਸੋ ਦੈਟਸ ਵਾਈ ਦੇਰ ਇਜ਼ ਅ ਡਿਫਰੈਂਸ, ਦੇਰ ਇਜ਼ ਅ ਇਫੈਕਟ ਆਫ ਦੈਟ। So mortgage qualification, so it depends, like insured like 20% or less than 25%, so they have to go through the stress test, so ਉਸ ਹਿਸਾਬ ਨਾਲ ਵੱਧ ਜਾਂਦੀਆਂ ਨੇ। ਬਟ ਕ੍ਰੈਡਿਟ ਯੂਨੀਅਨਸ ਦੇ ਵਿੱਚ some they apply stress test, some don't, ਜੀ। so ਉੱਥੇ ਥੋੜੀ ਈਜ਼ੀ ਹੈਗੀ ਲੈਣੀ। ਇੱਕ ਇਹਦੇ 'ਚ ਹੋਰ ਨੁਕਤਾ ਦੱਸਿਓ, ਕਈ ਵਾਰੀ ਲੋਕਾਂ ਦੇ ਘਰਾਂ ਦੀਆਂ ਕੀਮਤਾਂ ਵੱਧ ਜਾਂਦੀਆਂ। ਹੁਣ ਪਿਛਲੇ ਸਮੇਂ ਦੇ ਵਿੱਚ ਘਰ ਕਾਫੀ ਮਹਿੰਗੇ ਹੋ ਗਏ ਆ। ਜਿਹੜੇ ਬੰਦੇ ਨੇ ਘਰ ਲਿਆ ਸੀ ਮੰਨ ਲਓ 1 ਮਿਲੀਅਨ ਦਾ, ਉਹ ਹੁਣ 1.5 ਮਿਲੀਅਨ ਦਾ ਹੋ ਗਿਆ। ਜਿਹੜਾ ਉਹ 5 ਲੱਖ ਉਹਦੇ ਵਿੱਚ ਹੈਗਾ, ਉਹ ਬੰਦਾ ਕੱਢ ਸਕਦਾ ਉਹਦੇ ਵਿੱਚੋਂ ਕਿਸੇ ਹੋਰ ਬਿਜ਼ਨਸ 'ਚ ਪਾਉਣ ਲਈ, ਔਰ ਉਹਦੇ ਲਈ ਫਿਰ ਇੰਟਰਸਟ ਰੇਟ ਕੀ ਹੁੰਦਾ, ਕੀ ਉਹ ਬਾਕੀ ਮੌਰਗੇਜ ਵਾਂਗੂ ਹੀ ਹੁੰਦਾ, ਉਹ ਲਾਈਨ ਆਫ ਕ੍ਰੈਡਿਟ ਹੁੰਦੀ ਆ, ਤੇ ਉਹਦੇ ਲਈ ਚਾਹੀਦਾ ਕੀ ਕੀ? ਇਹ ਥੋੜ੍ਹਾ ਜਿਹਾ ਨੁਕਤਾ ਸਮਝਾਇਓ ਜੀ। ਦੇਖੋ, ਘਰ ਦੀ ਕੀਮਤ ਵੱਧ ਗਈ ਤੇ ਇਹਦਾ ਮਤਲਬ ਇਕੁਇਟੀ ਤੁਹਾਡੀ ਇਨਕਰੀਜ਼ ਹੋ ਗਈ ਉਹਦੇ ਵਿੱਚ, ਯੂ ਕੈਨ ਟੇਕ ਦਾ ਇਕੁਇਟੀ ਆਊਟ, ਠੀਕ ਹੈ ਜੀ। ਉਹਦੇ 'ਚ ਤੁਸੀਂ ਆਲ ਟੂਗੈਦਰ ਤੁਹਾਨੂੰ ਅਗੇਨ ਕੁਆਲੀਫਾਈ ਕਰਨਾ ਪੈਣਾ ਐਜ਼ ਪਰ ਦਾ ਨਿਊ ਰੂਲਸ। ਤੁਸੀਂ ਉਹਨੂੰ ਮੌਰਗੇਜ ਵੀ ਵਧਾ ਸਕਦੇ ਹੋ। ਸਪੋਜ਼ ਮਿਲੀਅਨ ਦੀ ਪ੍ਰਾਪਰਟੀ ਸੀ, ਕਿਸੇ ਦੀ 7 ਲੱਖ ਦੀ ਮੌਰਗੇਜ ਸੀ, ਹੁਣ ਉਹ 1.5 ਦੀ ਹੋ ਗਈ, ਦੈਨ ਹੀ ਕੈਨ ਗੋ ਅਪ ਟੂ 75%। ਉਹਨੂੰ ਮੌਰਗੇਜ 'ਚ ਵੀ ਕਰ ਸਕਦਾ, ਉਹਨੂੰ ਡਿਫਰੈਂਟ ਅਮਾਊਂਟ ਲਾਈਨ ਆਫ ਕ੍ਰੈਡਿਟ 'ਚ ਵੀ ਲੈ ਸਕਦਾ। ਮੌਰਗੇਜ 'ਤੇ ਫਿਕਸਡ ਅਮਾਊਂਟ ਪੈਣਾ, ਲਾਈਨ ਆਫ ਕ੍ਰੈਡਿਟ 'ਤੇ ਪ੍ਰਾਈਮ ਦੇ ਨਾਲ ਪੈਣਾ, ਰੇਟ ਉਹਨੂੰ ਜੋ ਲੱਗਣਾ ਹੈਗਾ। ਸੋ ਜਿਹੜੀ ਲਾਈਨ ਆਫ ਕ੍ਰੈਡਿਟ ਹੈ, ਹੀ ਲੌਕ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ, ਉਹਦੇ ਵਿੱਚ ਇਹ ਹੈ ਕਿ ਯੂ ਹੈਵ ਟੂ ਪੇ ਦਾ ਇੰਟਰਸਟ ਓਨਲੀ ਪੇਮੈਂਟਸ, ਸੋ ਤੁਸੀਂ ਪੇਮੈਂਟ ਚੱਕ ਸਕਦੇ ਹੋ, ਐਂਡ ਦੈਨ ਯੂ ਕੈਨ ਇਨਵੈਸਟ। ਅੱਗੇ ਇਨਵੈਸਟ ਕਰਨਾ ਹਰ ਇੱਕ ਦਾ ਆਪੋ ਆਪਣਾ ਡਿਸੀਜਨ ਆ, ਵੇਅਰ ਦੇ ਵਾਂਟ ਟੂ ਇਨਵੈਸਟ, ਰਾਈਟ। ਇਸ ਦੇਅਰ ਲਾਈਕ, ਮੈਂ ਹਰ ਇੱਕ ਬੰਦੇ ਦੀ ਆਪਣੀ ਕੈਪੇਬਿਲਿਟੀਜ਼ ਹੈਗੀਆਂ, ਸੋ ਅਕੋਰਡਿੰਗ ਹੀ ਕੈਨ ਲੁੱਕ ਇਨਟੂ। ਯਾ ਤੁਸੀਂ ਇਕੁਇਟੀ ਦੇ ਕੱਢ ਸਕਦੇ ਹੋ, ਬਟ ਪ੍ਰੋਵਾਈਡਡ ਯੂ ਹੈਵ ਟੂ ਕੁਆਲੀਫਾਈ। ਤੁਹਾਡੀ ਇਨਕਮ ਉਨੀ ਹੈਗੀ ਹੈ ਕਿ ਤੁਸੀਂ ਉਨੀ ਮੌਰਗੇਜ ਨੂੰ ਕੁਆਲੀਫਾਈ ਕਰ ਸਕੋ ਕੈਰੀ ਕਰਨ ਦੇ ਲਈ। ਤੇ ਇਹ ਬੰਦਾ ਕਦੋਂ ਕਰ ਸਕਦਾ? ਮੰਨ ਲਓ ਉਹਦੀ ਫਿਕਸਡ ਹੈ, ਜਦੋਂ ਦੀ ਟਰਮ ਪੂਰੀ ਹੁੰਦੀ ਹੈ, ਜਾਂ ਵਿੱਚ ਵਿਚਾਲੇ ਵੀ ਕਰ ਸਕਦਾ ਕਦੇ? ਦੇਖੋ, ਫਿਕਸ ਦੀ ਜੇ ਟਰਮ ਪੂਰੀ ਨਹੀਂ ਹੋਈ ਵਿੱਚ ਵਿਚਾਲੇ ਕਰਕੇ, then he has to pay some penalty, then it's entirely depends upon the negotiation with the bank, with the financial institution। ਉਹ ਤੁਸੀਂ ਆਪੋ ਆਪਣੀ ਬੈਂਕਸ ਦੇ ਨਾਲ ਗੱਲ ਕਰਕੇ you can refinance, or you can say ਮੇਰੀ ਮੌਰਗੇਜ ਇੰਨੀ ਰਹਿਣ ਦਿਓ, then line of credit ਮੈਨੂੰ ਦੇ ਦਿਓ ਉਹਦੇ ਉੱਤੇ। ਸੋ ਦੈਨ ਉਹ ਮੌਰਗੇਜ ਐਜ਼ ਇਟ ਇਜ਼ ਰਹੂਗੀ, ਪਲੱਸ ਲਾਈਨ ਆਫ ਕ੍ਰੈਡਿਟ ਤੁਹਾਨੂੰ ਮਿਲ ਜਾਏਗੀ। ਸੋ ਇਟ ਡਿਪੈਂਡਸ ਅਪਨ ਦ ਨੈਗੋਸ਼ੀਏਸ਼ਨ ਵਿਦ ਦ ਬੈਂਕ ਔਰ ਕ੍ਰੈਡਿਟ ਯੂਨੀਅਨ, ਵਟ ਐਵਰ ਦ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਆਰ ਇਨ। ਤੇ ਕੁਆਲੀਫਿਕੇਸ਼ਨ ਇਹਦੇ ਲਈ ਸੇਮ ਚਾਹੀਦੀ ਹੈ ਜੀ, ਜਿਹੜੀ ਨਵੀਂ ਮੌਰਗੇਜ ਵਾਂਗੂ, ਜਾਂ ਕੁਝ? ਯੈਸ, ਆਲ ਟੂਗੈਦਰ ਨਿਊ ਮੌਰਗੇਜ। ਇਟਸ ਨਾਟ ਲਾਈਕ ਕੁਆਲੀਫਿਕੇਸ਼ਨ, ਇਟਸ ਆਲ ਟੂਗੈਦਰ ਬਾਈ ਦ ਨਿਊ ਰੂਲਸ। ਤੇ ਇਹਦੇ ਵਿੱਚ ਉਹ ਜਿਹੜੀ ਮਨੀ ਆ, ਉਹਨੂੰ ਤੁਸੀਂ ਕਿਸੇ ਹੋਰ ਇਨਵੈਸਟਮੈਂਟ ਲਈ ਕਿਤੇ, ਉਹ ਤੁਹਾਡੇ ਤੇ ਆ, ਉਹਦੇ ਨਾਲ ਬੈਂਕ ਦਾ ਕੋਈ ਨਹੀਂ? ਬੈਂਕ ਦਾ ਕੋਈ ਨਹੀਂ, ਇਟਸ ਇੰਟਾਇਰਲੀ ਅਪ ਟੂ ਯੂ ਵੇਅਰ ਯੂ ਗੋਇੰ ਟੂ ਡੂ ਦੈਟ। ਤੇ ਇਹਦੇ ਵਿੱਚ ਫਿਰ ਜਿਹੜਾ ਤੁਹਾਡਾ ਕ੍ਰੈਡਿਟ ਸਕੋਰ ਆ, ਉਹ ਕਿੰਨਾ ਕੁ ਮੈਟਰ ਕਰਦਾ ਜੀ? ਦੇਖੋ, ਕੋਈ ਵੀ ਲੋਨ ਲੈਣਾ ਇਨ ਕੈਨੇਡਾ, ਕ੍ਰੈਡਿਟ ਸਕੋਰ ਪਲੇਜ਼ ਅ ਮੇਜਰ ਰੋਲ, ਮੇਜਰ ਰੋਲ ਜੀ। ਚਾਹੇ ਤੁਸੀਂ ਰੀਫਾਈਨਾਂਸ ਕਰਨੀ ਹੈ, ਚਾਹੇ ਤੁਸੀਂ ਨਵੀਂ ਚੀਜ਼ ਲੈਣੀ ਹੈ। ਸੋ ਕ੍ਰੈਡਿਟ ਸਕੋਰ ਆਲਵੇਜ਼ ਪਲੇਜ਼ ਅ ਵੈਰੀ ਗੁੱਡ ਰੋਲ ਐਜ਼ ਪਰ ਦ ਰੇਟ ਆਫ ਇੰਟਰਸਟ ਐਂਡ ਅਦਰ ਥਿੰਗਸ ਆਰ ਕੰਸਰਨ। ਇਹਦੇ ਨਾਲ ਬੰਦਾ ਕੁਆਲੀਫਾਈ ਕਰਦਾ ਕਿ ਉਹਨੂੰ ਰੇਟ ਆਫ ਇੰਟਰਸਟ ਸਸਤਾ ਮਿਲਦਾ ਜੀ? ਇਹਦੇ ਨਾਲ ਦੀ ਰੇਟ ਆਫ ਇੰਟਰਸਟ ਜ਼ਿਆਦਾ। ਕੁਆਲੀਫਿਕੇਸ਼ਨ ਦਾ ਕ੍ਰੈਡਿਟ ਸਕੋਰ ਦੇ ਨਾਲ ਕੋਈ ਮਤਲਬ ਨਹੀਂ, ਉਹ ਤੁਹਾਨੂੰ ਜ਼ਿਆਦਾਤਰ ਉਹ ਰੇਟ ਦੇ ਨਾਲ ਮਤਲਬ ਆ, ਕੁਆਲੀਫਾਈ ਰੇਟ ਦੇ ਨਾਲ ਮਤਲਬ ਆ ਕਿੰਨਾ ਕੁਆਲੀਫਿਕੇਸ਼ਨ ਰੇਟ ਹੈਗਾ ਤੁਹਾਡਾ, ਕਿਸ ਤੇ ਤੁਹਾਨੂੰ ਕੁਆਲੀਫਾਈ ਕਰਦੀ ਹੈ ਬੈਂਕ, ਦੈਟ ਡਿਪੈਂਡਸ ਔਨ ਦ ਕੁਆਲੀਫਿਕੇਸ਼ਨ। ਬਟ ਜਿਹੜਾ ਕ੍ਰੈਡਿਟ ਸਕੋਰ ਹੀ ਆ, ਇਸ ਨੈਗੋਸ਼ੀਏਸ਼ਨ ਕਰਨ ਦੇ ਲਈ ਤੁਹਾਡੇ ਸਟਰੋਂਗ ਹੈਗਾ। ਜੇ ਤੁਹਾਡੇ ਅੱਛਾ ਵੀਕਨ ਸਕੋਰ ਹੈ, ਦੈਨ ਯੂ ਕੈਨ ਗੈਟ ਅ ਗੁੱਡ ਡੀਲ ਫॉर ਦ ਰੇਟ ਜੀ। ਤੇ ਇੱਕ ਇਹਦੇ 'ਚ ਹੋਰ ਨੁਕਤਾ ਦੱਸਿਓ ਸਾਨੂੰ ਕਿ ਨੈਗੋਸ਼ੀਏਸ਼ਨ ਕਿੱਦਾਂ ਕੀਤੀ ਜਾ ਸਕਦੀ ਹੈ। ਮੈਂ ਸੇਮ ਚੀਜ਼ ਮੇਰੇ ਕੋਲੇ, ਸੇਮ ਮੇਰਾ ਜਿਹੜਾ ਇੰਟਰਸਟ ਰੇਟ ਆ, ਸੇਮ ਮੇਰੀ ਕੁਆਲੀਫਿਕੇਸ਼ਨ ਆ, ਤੇ ਸੇਮ ਇਕੁਇਟੀ ਆ, ਉਹ ਮੈਂ ਲੈ ਕੇ ਜੇ ਵੱਖ-ਵੱਖ ਬੈਂਕਾਂ ਕੋਲ ਜਾਊਂਗਾ ਤਾਂ ਮੈਨੂੰ ਵੱਖ-ਵੱਖ ਜਿਹੜੀ ਮੌਰਗੇਜ ਮਿਲਣ ਦੀ ਆਸ ਹੋਊਗੀ, ਜਿਹੜੇ ਇੰਟਰਸਟ ਰੇਟ ਆ। ਦੇਖੋ, ਪਹਿਲਾਂ ਤਾਂ ਤੁਸੀਂ ਆਪਣੀ ਬੈਂਕ ਕੋਲ ਜਾਓ, ਜਿੱਥੇ ਵੀ ਤੁਸੀਂ ਡੀਲ ਕਰਦੇ ਹੋ। ਰਿਲੇਸ਼ਨਸ਼ਿਪ ਇਜ਼ ਏ ਮੇਜਰ ਰੋਲ। ਜਿੱਥੇ ਤੁਹਾਡੀ ਰਿਲੇਸ਼ਨਸ਼ਿਪ ਹੈਗੀ ਹੈ ਨਾ, ਤੁਸੀਂ ਉਹਦੀ ਗੱਲ ਕਰੋਗੇ, ਦੈਨ ਯੂ ਸ਼ੁੱਡ ਨੋ ਦ ਪ੍ਰੋ ਐਂਡ ਕੌਨਸ। ਮੇਰੀ ਕਾਸਟ ਕੀ ਹੈ, ਜੇ ਮੈਂ ਬਾਹਰ ਜਾਣਾ, ਕੀ ਮੈਨੂੰ ਜੋ ਰੇਟ ਮਿਲਦਾ ਹੈ, ਕੀ ਮੈਨੂੰ ਉਹ ਰੇਟ ਘੱਟ ਹੋ ਸਕਦਾ? ਜੇ ਮੈਂ ਕੱਲ੍ਹ ਨੂੰ ਦੂਸਰੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਵਿੱਚ ਜਾਣਾ, ਕੀ ਮੇਰਾ ਰੇਟ ਘੱਟ ਹੋ ਸਕਦਾ? ਜੇ ਮੇਰਾ ਰੇਟ ਫੁੱਟ ਕਰਦਾ ਤਾਂ ਮੈਂ ਕੀ ਪੇ ਕਰ ਸਕਦਾ ਉਹਦੇ 'ਤੇ? ਠੀਕ ਹੈ, ਮੈਨੂੰ ਕੀ ਐਕਸਟਰਾ ਚਾਰਜਸ ਦੇਣੇ ਪੈਣਗੇ? ਕਿਤੇ ਇਹ ਤਾਂ ਨਹੀਂ ਕਿ ਮੇਰੇ ਚਾਰਜਸ ਉਸ 'ਤੇ ਜ਼ਿਆਦਾ ਹੋ ਗਏ ਪਰ ਮੈਨੂੰ ਰੇਟ ਘੱਟ ਮਿਲਣ ਦਾ ਉਹਨਾਂ ਫਾਇਦਾ ਨਾ ਹੋਇਆ। So you have to work out all the things, but you will get a good negotiation with the existing bank। ਉਹਦੇ ਨਾਲ ਜੋ ਤੁਸੀਂ ਗੱਲ ਕਰਦੇ ਹੋ ਤਾਂ ਤੁਹਾਡਾ ਜ਼ਿਆਦਾ ਹੋ ਜਾਏਗਾ।
ਤੇ ਵੱਖ-ਵੱਖ ਬੈਂਕਾਂ ਦਾ ਵੱਖ-ਵੱਖ ਹੋ ਸਕਦਾ ਵੀ ਮੈਂ ਜੇ Yes, ਹੋ ਸਕਦਾ। ਸੇਮ ਮਾਰਗੇਜ ਵੱਖ-ਵੱਖ ਬੈਂਕਾਂ ਤੋਂ ਲੈਣਾ ਤੇ ਮੇਰੀ ਪੇਮੈਂਟ ਕਿਸੇ ਦੀ 2000 ਹੋ ਸਕਦੀ, ਕਿਸੇ ਦੀ 1920 ਹੋ ਸਕਦੀ ਹੈ। ਯੈਸ, ਹੋ ਸਕਦੀ ਹੈ। ਕਿਸੇ ਬੈਂਕ ਨੇ ਤੁਹਾਨੂੰ ਸਟਰਕਚਰ ਇਸ ਤਰ੍ਹਾਂ ਕੀਤਾ ਕਿ ਤੁਹਾਡੀ ਅੱਧੀ ਲਾਈਨ ਆਫ ਕ੍ਰੈਡਿਟ ਕੀਤੀ ਹੈ, ਦੈਨ ਲਾਈਨ ਆਫ ਕ੍ਰੈਡਿਟ ਦੀ ਸਿਰਫ ਓਨਲੀ ਪੇਮੈਂਟ ਹੈ, ਬਟ ਉਹਦਾ ਨੁਕਸਾਨ ਵੀ ਹੈਗਾ ਦੂਸਰੇ ਪਾਸੇ। ਉਹ ਨੁਕਸਾਨ ਇਸ ਤਰ੍ਹਾਂ ਹੈਗਾ ਕਿ ਤੁਹਾਡੀ ਜਦੋਂ ਕ੍ਰੈਡਿਟ ਬਿਊਰੋ ਤੇ ਤੁਹਾਡੇ ਕ੍ਰੈਡਿਟ ਸਕੋਰ ਨੇ ਅੱਗੇ ਜਾਣਾ, ਸੋ ਉਹ ਤੁਹਾਡੀ ਡਿਫਰੈਂਟ ਚੀਜ਼ਾਂ ਦੇਖਦੇ ਨੇ, ਤੁਹਾਡੀ ਹਿਸਟਰੀ ਆਫ ਪੇਮੈਂਟ ਦੇਖਦੇ ਨੇ, ਤੁਹਾਡੀ ਯੂਟਿਲਾਈਜੇਸ਼ਨ ਰੇਸ਼ੋ ਦੇਖਦੇ ਨੇ, ਤੁਹਾਡੀ ਨੰਬਰ ਆਫ ਇਨਕੁਆਇਰੀਜ਼ ਦੇਖਦੇ ਨੇ। ਜੇ ਉੱਥੇ ਅਮਾਊਂਟ, ਜੇ ਅੱਜ ਇੱਕ ਬੰਦੇ ਨੇ ਸਪੋਜ਼ $1,00,000 ਦੀ ਮੌਰਗੇਜ ਲਈ ਆ ਵਿਦ ਰਿਸਪੈਕਟ $1,00,000 ਦੀ ਲਾਈਨ ਆਫ ਕ੍ਰੈਡਿਟ, ਹਾਂਜੀ, ਬੋਥ ਆਰ ਗੁੱਡ ਜੀ। ਆਈ ਕੈਂਟ ਸੇ ਕਿ ਆ ਚੰਗੀ ਆ ਮਾੜੀ ਆ। ਇਹਨਾਂ ਦੇ ਇੰਟਰਸਟ ਰੇਟ 'ਚ ਕੋਈ ਫਰਕ ਹੁੰਦਾ? ਹਾਂਜੀ, ਉਹ ਫਿਕਸ ਦੇ ਤਾਂ ਫਿਕਸ ਦਾ ਲੱਗਣਾ ਜੀ, ਉਹ ਜਿਹੜਾ ਲਾਈਨ ਆਫ Change ਕ੍ਰੈਡਿਟ ਆ variable ਉਹ ਪ੍ਰਾਈਮ ਦੇ ਨਾਲ ਲੱਗਣਾ। ਠੀਕ ਹੈ ਜੀ। ਸੋ ਹੁਣ ਆ ਗਈ ਗੱਲ ਕਿ ਉਹਨਾਂ ਦੋਨਾਂ ਦੇ ਵਿੱਚੋਂ ਕ੍ਰੈਡਿਟ ਸਕੋਰ ਕਿਹਦਾ ਵਧੀਆ ਹੋਣਾ। ਜਿਹੜੇ ਜਿਹਦੇ ਕੋਲੇ ਮੌਰਗੇਜ ਹੈਗੀ ਹੈ ਜੀ, ਉਹਦੀ ਰਿਡਿਊਸਿੰਗ ਹੋ ਰਹੀ ਆ। ਅੱਜ ਲੱਖ ਸੀ, ਉਹਨੇ ਅਗਲੀ ਕਿਸ਼ਤ ਆਈ ਉਹ ਕੱਟ ਕੇ 99,000 ਸਮਥਿੰਗ ਹੋ ਗਈ, ਨੈਕਸਟ ਕਿਸ਼ਤ ਆਈ 98,000 ਸਮਥਿੰਗ ਹੋ ਗਈ। ਲਾਈਨ ਆਫ ਕ੍ਰੈਡਿਟ 'ਚ ਤੁਸੀਂ ਇਕੱਲਾ ਇੰਟਰਸਟ ਪੇ ਕਰਦੇ ਹੋ, ਬਟ ਤੁਹਾਡੀ ਲਾਇਬਿਲਿਟੀ ਸਟਿਲ ਦ ਸੇਮ ਹੈ। ਜੇ ਮੈਂ $1,00,000 ਦੀ ਲਾਈਨ ਆਫ ਕ੍ਰੈਡਿਟ ਲੈ ਲਈ, ਲੱਖ ਹੀ ਮੈਂ ਚੱਕ ਲਿਆ, 100,000 ਮੈਂ ਚੱਕ ਲਿਆ, 100,000 ਦੀ ਮੇਰੀ ਲਾਈਨ ਆਫ ਕ੍ਰੈਡਿਟ ਸੀ, ਮੈਂ ਇਕੱਲਾ ਇੰਟਰਸਟ ਪੇ ਕੀਤਾ, ਬਟ ਮੇਰਾ ਪ੍ਰਿੰਸੀਪਲ ਤਾਂ ਸਟਿਲ 100,000 ਹੀ ਉਹ ਕਰਦਾ। ਸੋ ਮੇਰੀ ਯੂਟਿਲਾਈਜੇਸ਼ਨ ਰੇਸ਼ੋ ਜ਼ਿਆਦਾ ਹੋ ਜਾਏਗੀ ਨਾ, ਸੋ ਉਹਦੇ ਨਾਲ ਮੇਰਾ ਜਿਹੜਾ ਕ੍ਰੈਡਿਟ ਸਕੋਰ ਆ ਉਹ ਜਿੰਨੀ ਤੇਜ਼ੀ ਨਾਲ ਵਧਣਾ ਸੀ ਨਹੀਂ ਵਧਣਾ। ਕ੍ਰੈਡਿਟ ਸਕੋਰ ਹੋਰ ਕਿਹੜੀਆਂ ਚੀਜ਼ਾਂ ਕ੍ਰੈਡਿਟ ਸਕੋਰ ਤੇ ਅਸਰ ਪਾਉਂਦੀਆਂ ਵੀ ਬੰਦਾ ਕ੍ਰੈਡਿਟ ਸਕੋਰ ਕਿੱਦਾਂ ਠੀਕ ਕਰ ਸਕਦਾ, ਵਧਾ ਸਕਦਾ? ਪੇਮੈਂਟ ਹਿਸਟਰੀ, ਯੂਟਿਲਾਈਜੇਸ਼ਨ ਰੇਸ਼ੋ, ਨੰਬਰ ਆਫ ਇਨਕੁਆਇਰੀਜ਼, ਕੋਈ ਐਡਵਰਸ ਤਾਂ ਨਹੀਂ ਹੈਗਾ ਕਿਸੇ ਦੀ ਪੇਮੈਂਟ ਦੇਣ ਵਾਲੀ ਸੀ, ਉਹਨੇ ਤੁਹਾਡੇ ਤੇ ਕਲੈਕਸ਼ਨ ਪਾਤੀ। ਠੀਕ ਹੈ, ਤੁਸੀਂ ਕੋਈ ਪ੍ਰਪੋਜ਼ਲ ਟੂ ਬੈਂਕਰਪਸੀ ਜਾਂ ਕੰਜ਼ਿਊਮਰ ਪ੍ਰਪੋਜ਼ਲ ਪਾਤੀ, ਠੀਕ ਆ, ਕੋਈ ਪੇਮੈਂਟ ਡਿਲੇ ਹੋ ਗਈ ਤੁਹਾਡੀ, ਠੀਕ, ਕ੍ਰੈਡਿਟ ਕਾਰਡ ਦੀ ਪੇਮੈਂਟਸ ਡਿਲੇ ਹੋ ਗਈਆਂ, ਡੈਲੀਕੁਐਂਸੀ ਕਿੰਨੀ ਆ ਤੁਹਾਡੀ। ਸੋ ਦੇਰ ਸੋ ਮੈਨੀ ਫੈਕਟਰਸ, ਇਹ ਸਾਰਿਆਂ ਦਾ ਕੰਬੀਨੇਸ਼ਨ ਕਰਕੇ ਕ੍ਰੈਡਿਟ ਹਿਸਟਰੀ ਬਣਦੀ। ਕੋਈ ਇਦਾਂ ਦਾ ਫਾਰਮੂਲਾ ਹੈਗਾ ਵੀ ਬੰਦੇ ਨੂੰ ਮੰਨ ਲਓ ਜ਼ਿਆਦਾ ਜਿਹੜੀ ਲਿਮਿਟ ਵਾਲਾ ਕ੍ਰੈਡਿਟ ਕਾਰਡ ਲੈ ਕੇ ਉਹਨੂੰ ਵਰਤਣਾ ਚਾਹੀਦਾ? ਮੰਨ ਲਓ ਜੇ ਇੱਕ ਤਾਂ $1,000 ਦਾ ਲੈ ਲਿਆ, ਉਹਨੂੰ ਯੂਜ਼ ਕਰ ਲਿਆ ਤੇ ਪੇ ਕਰਤਾ। ਇੱਕ ਹੈਗਾ ਵੀ ਨਹੀਂ ਤੁਸੀਂ ਜ਼ਿਆਦਾ 10-20 ਹਜ਼ਾਰ ਦਾ ਲਾਓ ਤੇ ਫਿਰ ਉਹਨੂੰ ਯੂਜ਼ ਕਰੋ। ਕਿਹਦੇ ਨਾਲ ਕ੍ਰੈਡਿਟ ਸਕੋਰ ਜ਼ਿਆਦਾ ਵੱਧਦਾ, ਕੋਈ ਸੰਬੰਧ ਹੈਗਾ? ਦੇਖੋ ਇਹਦੇ ਵਿੱਚ ਕੀ ਹੈ, ਜਿਹੜਾ ਕ੍ਰੈਡਿਟ ਸਕੋਰ, ਜਿਹੜਾ ਤੁਹਾਨੂੰ ਕ੍ਰੈਡਿਟ ਕਾਰਡ ਮਿਲਣਾ, ਉਹ ਤੁਹਾਨੂੰ ਕ੍ਰੈਡਿਟ ਸਕੋਰ ਦੇ ਬੇਸ ਤੇ ਮਿਲਣਾ। ਹੁਣ ਜਿੱਥੋਂ ਤੱਕ ਆ ਗਿਆ ਕਿ ਮੇਰੀ ਯੂਟਿਲਾਈਜੇਸ਼ਨ, ਮੇਰੇ ਕੋਲ $100 ਦਾ ਕ੍ਰੈਡਿਟ ਕਾਰਡ ਆ, ਮੈਂ 100 ਦਾ 100 ਹੀ ਯੂਜ਼ ਕਰੀ ਜਾਂਦਾ, ਮੇਰੀ ਯੂਟਿਲਾਈਜੇਸ਼ਨ 100% ਆ, ਮੈਂ ਪੇ ਕਰਦਾ ਟਾਈਮ ਤੇ। ਦੂਸਰੇ ਪਾਸੇ ਮੇਰੇ ਕੋਲ 10,000 ਦਾ ਕ੍ਰੈਡਿਟ ਕਾਰਡ ਆ, ਮੈਂ $1,000 ਹੀ ਯੂਜ਼ ਕਰਦਾ, ਮੇਰੀ ਯੂਟਿਲਾਈਜੇਸ਼ਨ ਰੇਸ਼ੋ ਘੱਟ ਹੈ। ਸੋ ਪਹਿਲੇ ਦੇ ਮੁਕਾਬਲੇ ਦੂਸਰੇ ਦਾ ਜਿਹੜਾ ਰੇਟ ਆ ਕ੍ਰੈਡਿਟ ਸਕੋਰ ਆ ਉਹ ਜ਼ਿਆਦਾ ਇਨਕਰੀਜ਼ ਹੋਏਗਾ, ਬਿਕਾਜ਼ ਤੁਹਾਡੀ ਯੂਟਿਲਾਈਜੇਸ਼ਨ ਰੇਸ਼ੋ ਘੱਟ ਆ। ਬਟ ਕ੍ਰੈਡਿਟ ਕਾਰਡ ਦੇ ਸਿਨੈਰੀਓ ਦੇ ਵਿੱਚ ਮੇਨ ਚੀਜ਼ ਮੈਟਰ ਕਰਦੀ ਹੈ ਕਿ ਤੁਸੀਂ ਪੇਮੈਂਟ ਕਦੋਂ ਕਰਦੇ ਹੋ। ਅੱਛਾ ਜੀ। ਜੇ ਤੁਹਾਡੀ ਪੇਮੈਂਟ ਰੈਗੂਲਰਲੀ ਵੈਲ ਐਂਡ ਟਾਈਮ ਹੈਗੀ ਆ, ਤੁਹਾਡਾ ਕ੍ਰੈਡਿਟ ਸਕੋਰ ਆਟੋਮੈਟਿਕਲੀ ਅਪ ਜਾਏਗਾ। ਜੇ ਤੁਸੀਂ ਡੈਲੀਕੁਐਂਟ ਹੋ ਉਹਦੇ ਵਿੱਚ 30 ਡੇ 90 ਡੇ, ਕਿੰਨੇ ਚਿਰ ਬਾਅਦ ਤੁਸੀਂ ਪੇਮੈਂਟ ਕੀਤੀ, ਮਿਸ ਕਰਤੀ, ਜਾਂ ਤੁਸੀਂ ਮਿਨੀਮਮ ਪੇਮੈਂਟ ਕੀਤੀ, ਦੈਟ ਆਲ ਮੈਟਰਸ। ਠੀਕ ਆ, ਫਿਰ ਉਹ ਕ੍ਰੈਡਿਟ ਸਕੋਰ ਉਹਨਾਂ ਅਪ ਨਹੀਂ ਜਾਏਗਾ। ਬਟ ਐਡਵਰਸਲੀ ਇਫੈਕਟ ਹੁੰਦਾ ਜਦੋਂ ਸਾਡੀ ਕੋਈ ਕਲੈਕਸ਼ਨ ਆ ਜਾਂਦੀ ਹੈ ਉਹਦੇ ਤੇ ਜੀ, ਤੁਹਾਡੇ ਕ੍ਰੈਡਿਟ ਤੇ ਕੋਈ ਕਲੈਕਸ਼ਨ ਆ ਗਈ। ਹੁਣ ਆਮ ਤੌਰ ਤੇ ਆਪਾਂ ਦੇਖਿਆ ਕਈ ਵਾਰੀ, ਜਿਵੇਂ ਆਮ ਤੌਰ ਤੇ ਬੈਂਕ ਇੰਡਸਟਰੀ ਦੇ ਵਿੱਚ ਇਹ ਹੁੰਦਾ ਕਿ ਸਪੋਜ਼ ਖਾਸ ਕਰਕੇ ਆਪਣੇ ਕਾਫੀ ਮੈਂਬਰ ਨਹੀਂ ਮੈਂ ਕਹਿ ਸਕਦਾ, ਕਾਫੀ ਲੋਕਾਂ ਦੀ ਇਸ ਤਰ੍ਹਾਂ ਹੁੰਦੀ ਹੈ ਕਿ ਉਹ ਜਿਵੇਂ ਜਿਮ ਦੀਆਂ ਪੇਮੈਂਟਸ ਹੁੰਦੀਆਂ ਨੇ ਭੁੱਲ ਜਾਂਦੇ ਨੇ। ਠੀਕ ਹੈ ਨਾ, ਕਿਸੇ ਦਾ ਲੈ ਲਿਆ ਜਿਮ, ਉਹਦੀ ਕੋਈ ਪੇਮੈਂਟ ਖੜੀ ਆ, ਜਾਂ ਕੋਈ ਟੈਲੀਫੋਨ ਦੀ ਖੜੀ ਆ, ਉਹਨਾਂ ਨੇ ਕਲੈਕਸ਼ਨ ਤੇ ਪਾਤੀ। ਐਨੀ ਪੇਮੈਂਟ ਵਿਚ ਇਜ਼ ਔਨ ਕਲੈਕਸ਼ਨ that gonna affect your credit score negatively. ਤੇ ਇਹਦੀ ਕੋਈ ਅਮਾਉਂਟ ਵੀ ਹੁੰਦੀ ਹੈ ਵੀ ਜੇ ਇੰਨੇ ਹਜ਼ਾਰ ਦੀ ਖੜੀ ਆ, ਭਾਵੇਂ ਛੋਟੀ ਅਮਾਉਂਟ ਦੀ? doesn't matter, collection is collection. ਭਾਵੇਂ $20 ਦੀ ਉਹਨੇ ਵੀ ਅਸਰ ਦੀ ਖੜੀ ਆ, ਚਾਹੇ 20,000 ਦੀ ਖੜੀ ਆ, ਉਹਦਾ collection is collection. Basically ਦੇਖੋ ਜਿਹੜਾ ਕ੍ਰੈਡਿਟ ਆਪਾਂ ਗੱਲ ਕਰਦੇ ਨਾ, ਕ੍ਰੈਡਿਟ ਸਕੋਰ ਜਾਂ ਕ੍ਰੈਡਿਟ ਹਿਸਟਰੀ, ਇਹ ਤੁਹਾਡਾ ਬਿਹੇਵੀਅਰ ਮੋਨੀਟਰ ਕਰਦੇ ਆ ਵੀ ਕਿਸ ਤਰ੍ਹਾਂ ਤੁਸੀਂ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿੱਚ ਰਿਐਕਟ ਕਰਦੇ ਹੋ, ਕੀ ਤੁਸੀਂ ਆਪਣੀ ਪ੍ਰੋਪਰ ਮੈਨੇਜਮੈਂਟ ਕਰਦੇ ਹੋ ਆਪਦੇ ਫਾਈਨਾਂਸਿਸ ਦੀ, ਤੇ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਤੇ ਜਿਹੜਾ ਕ੍ਰੈਡਿਟ ਸਕੋਰ ਦੇ ਨਾਲ, ਜ਼ਿਆਦਾ ਕ੍ਰੈਡਿਟ ਸਕੋਰ ਦੇ ਨਾਲ ਇੰਟਰਸਟ ਰੇਟ ਘੱਟ ਕਿਉਂ ਮਿਲਦਾ? ਜ਼ਿਆਦਾ ਕ੍ਰੈਡਿਟ ਸਕੋਰ ਦੇ ਨਾਲ ਇੰਟਰਸਟ ਰੇਟ ਜਦੋਂ ਬੈਂਕ ਕੋਲੋਂ ਮੈਂ ਮੌਰਗੇਜ ਲੈਣਾ, ਉਹ ਸਸਤੀ ਮਿਲਦੀ ਆ, ਉਹ ਕਿਉਂ ਮਿਲਦੀ ਜੀ? ਉਹ ਕਿਉਂ ਮਿਲਦੀ ਹੈ? ਕਿਉਂਕਿ ਤੁਹਾਡਾ ਜਿਹੜੀ ਮੈਨੇਜਮੈਂਟ ਆਫ ਫਾਈਨਾਂਸਿਸ ਆ ਵਿਚ ਇਜ਼ ਰੀਅਲੀ ਗੁੱਡ, ਰਾਈਟ? ਤੁਸੀਂ ਟਾਈਮ ਤੇ ਪੇਮੈਂਟ ਕਰਦੇ ਹੋ, ਤੇ ਬੈਂਕ ਦਾ ਤਾਂ ਕਾਸਟ ਹੀ ਘੱਟ ਗਈ ਉਹਦੇ ਵਿੱਚ। ਇੱਕ ਤਾਂ ਤੁਸੀਂ ਜਦੋਂ ਵੀ ਤੁਹਾਡੀ ਪੇਮੈਂਟ ਡਿਊ ਹੈ ਤੁਸੀਂ ਇਮੀਡੀਏਟਲੀ ਪੇ ਕਰ ਦਿਓ। ਬੈਂਕ ਨੂੰ ਰਿਸਕ ਕੀ ਆ? ਬਹੁਤ ਘੱਟ ਰਿਸਕ ਆ।
ਇੱਕ ਪਾਸੇ ਵਿਦ ਰਿਸਪੈਕਟ ਟੂ ਦੂਸਰਾ ਬੰਦਾ ਜਿਹਦਾ ਕ੍ਰੈਡਿਟ ਸਕੋਰ ਘੱਟ ਆ, ਜਿਹੜਾ ਡੈਲੀਕੁਐਂਟ ਹੀ ਰਹਿੰਦਾ, ਉਹਦੀ ਕ੍ਰੈਡਿਟ ਹਿਸਟਰੀ ਤੇ ਜਦੋਂ ਆਪਾਂ ਕ੍ਰੈਡਿਟ ਰਿਪੋਰਟ ਕੱਢਦੇ ਆ, ਸੋ ਉੱਥੇ ਬੈਂਕ ਨੂੰ ਤਾਂ ਕਾਸਟ ਜ਼ਿਆਦਾ ਕਰਨੀ ਪੈਂਦੀ ਹੈ, ਉਹਨੂੰ ਰਿਮਾਈਂਡਰ ਭੇਜਣੇ ਪੈਣੇ ਕਿ ਤੇਰੀ ਪੇਮੈਂਟ ਡਿਊ ਹੈ, ਉਹਨੂੰ ਖਰਚਾ ਐਕਸਟਰਾ ਕਰਨਾ ਪੈਣਾ। ਸੋ ਦੈਟਸ ਵਾਈ ਉੱਥੇ ਰਿਸਕ ਲੈਵਲ ਹੈ ਜਿਹੜਾ ਉਹ ਜ਼ਿਆਦਾ ਹੈ, ਠੀਕ ਹੈ। ਸੋ ਉਹਨੂੰ ਰੇਟ ਜ਼ਿਆਦਾ ਲੱਗੂਗਾ ਮੌਰਗੇਜ ਤੇ ਐਜ਼ ਕੰਪੇਅਰ ਟੂ ਦ ਕਲੀਨ ਰੈਕਡ, ਜਿਹਦਾ ਪਤਾ ਹੀ ਹੈ ਕਿ ਇਹਨੇ ਤਾਂ ਕਦੇ ਅੱਜ ਤੱਕ ਪੇਮੈਂਟ ਡਿਲੇ ਹੀ ਨਹੀਂ ਕੀਤੀ, ਉਹਨੂੰ ਮਤਲਬ ਸਸਤੀ ਮਿਲ ਜੂ, ਉਹਨੂੰ ਰੇਟ ਤੇ ਨੈਗੋਸ਼ੀਏਸ਼ਨ ਕਰਨ ਤੇ ਮਿਲੇਗੀ। ਤੁਸੀਂ ਪਹਿਲਾਂ ਕਿਹਾ ਕਿ ਇਹ ਵੀ ਦੇਖਦੇ ਹੋ ਤੁਹਾਡੇ ਇਨਕੁਆਇਰੀਜ਼ ਕਿੰਨੀਆਂ ਆ, ਇਹਦਾ ਕੀ ਮਤਲਬ ਜੀ? ਇਨਕੁਆਇਰੀਜ਼ ਇਹ ਹੈ ਜੀ, ਦੇਖੋ ਮੈਂ ਅੱਜ ਕਿਤੇ ਵੀ ਜਾਣਾ, ਮੈਂ ਪਹਿਲਾਂ ਇੱਥੇ ਚਲਾ ਗਿਆ, ਇੱਥੇ ਮੈਨੂੰ ਹੋ ਗਈ ਤਾਂ ਉੱਥੇ ਗਿਆ, ਮੈਂ ਉੱਥੇ ਵੀ ਮੇਰਾ ਕ੍ਰੈਡਿਟ ਚੈੱਕ ਕਰ ਲਿਆ, ਬ੍ਰੋਕਰ ਕੋਲ ਚਲੇ ਗਿਆ, ਬ੍ਰੋਕਰ ਨੇ ਵੀ ਚੈੱਕ ਕਰ ਲਿਆ, ਫਿਰ ਦੂਸਰੀ ਬੈਂਕ ਕੋਲ ਚਲੇ ਗਿਆ। ਵਟ ਦੈਟ ਮੀਨ ਮੈਨੂੰ ਪਹਿਲਾਂ ਨਾ ਹੋਗੀ, ਮੈਂ ਦੂਜੇ ਕੋਲ ਚਲੇ ਗਿਆ, ਉੱਥੋਂ ਵੀ ਨਾ ਹੋਗੀ, ਤੀਜੇ ਕੋਲ ਚਲੇ ਗਿਆ, ਰਾਈਟ। ਸੋ ਜ਼ਿਆਦਾ ਇਨਕੁਆਇਰੀਜ਼ ਨੈਗੇਟਿਵਲੀ ਇਫੈਕਟ ਕਰਦੀਆਂ ਕ੍ਰੈਡਿਟ ਸਕੋਰ ਤੇ ਇਹ ਫਿਰ ਇਹਦਾ ਮਤਲਬ ਜ਼ਿਆਦਾ ਕੋਲ ਨਹੀਂ ਜਾਣਾ ਚਾਹੀਦਾ, ਬੈਂਕਾਂ ਕੋਲ ਪਤਾ ਕਰ ਲੈ, ਫਿਰ ਬੰਦਾ ਸ਼ਾਪ ਅਰਾਊਂਡ ਕਿੱਦਾਂ ਕਰੂ ਜੀ? ਦੇਖੋ ਸ਼ਾਪ ਅਰਾਊਂਡ ਕ੍ਰੈਡਿਟ ਸਕੋਰ ਪਹਿਲਾਂ ਤੁਸੀਂ ਉਹਨਾਂ ਨੂੰ ਚੈੱਕ ਨਾ ਕਰਾਓ, ਤੁਸੀਂ ਡਿਫਰੈਂਟ ਸਿਨੈਰੀਓ ਦਿਓ। ਦੈਟਸ ਵਾਈ ਆਈ ਸੈਡ ਨੈਗੋਸ਼ੀਏਟ ਵਿਦ ਯੂਅਰ ਪ੍ਰੈਜ਼ੈਂਟ ਬੈਂਕ। ਕ੍ਰੈਡਿਟ ਸਕੋਰ ਉਹ ਚੈੱਕ ਨਹੀਂ ਕਰਨਗੇ ਤੁਹਾਡੀ ਮਰਜ਼ੀ ਤੋਂ ਬਿਨਾਂ? ਬਿਲਕੁਲ ਨਹੀਂ ਕਰਨਗੇ, ਦੇ ਨੀਡ ਟੂ ਹੈਵ ਕੰਸੈਂਟ। ਅੱਛਾ ਜੀ, ਠੀਕ ਹੈ ਜੀ। ਹੁਣ ਜਦੋਂ ਤੁਸੀਂ ਆਪਦੀ ਬੈਂਕ ਦੇ ਨਾਲ ਜਿੱਥੇ ਤੁਹਾਡਾ ਰਿਲੇਸ਼ਨਸ਼ਿਪ ਹੈਗਾ ਉਹਦੇ ਨਾਲ ਨੈਗੋਸ਼ੀਏਟ ਕਰੋਗੇ, ਦੇ ਹੈਵ ਐਵਰੀਥਿੰਗ ਆਫ ਯੂ, ਉਹ ਤੁਹਾਨੂੰ ਦੱਸ ਦੇਣਗੇ ਤੁਹਾਡਾ ਕ੍ਰੈਡਿਟ ਸਕੋਰ ਇੰਨਾ ਹੈਗਾ ਜੀ, ਆਹ ਚੀਜ਼ ਹੈਗੀ, ਆਹ ਚੀਜ਼ ਹੈਗੀ, ਠੀਕ ਆ। ਦੂਸਰੀ ਬੈਂਕ ਕੋਲੇ ਜਾ ਕੇ ਕ੍ਰੈਡਿਟ ਚੈੱਕ ਨਾ ਕਰਾਓ, ਸਿੰਪਲ ਤੁਸੀਂ ਡਿਸਕਸ ਕਰ ਲਓ। ਜੇ ਤੁਸੀਂ ਡਿਸਕਸ ਕਰਨਾ ਹੀ ਚਾਹੁੰਦੇ ਹੋ ਕਿ ਉੱਥੇ ਦਾ ਰੇਟ ਦਾ ਕੀ ਮੈਨੂੰ ਮਿਲਦਾ ਪਿਆ, ਸਿੰਪਲ ਯੂ ਕੈਨ ਟੈਲ ਹਿਮ ਕਿ ਦਿਸ ਇਜ਼ ਮਾਈ ਕ੍ਰੈਡਿਟ ਬੀਕਨ ਸਕੋਰ, ਸੋ ਵਾਟ ਇਜ਼ ਦ ਡੀਲ ਆਈ ਕੈਨ ਗੈਟ, ਬਟ ਟਰਸਟ ਮੀ ਯੂ ਵਿਲ ਗੈਟ ਅ ਬੈਟਰ ਡੀਲ ਫਰਮ ਯੂਰ ਪ੍ਰੈਜ਼ੈਂਟ ਬੈਂਕ। ਜੀ, ਤੇ ਬੈਂਕ ਤੇ ਕ੍ਰੈਡਿਟ ਯੂਨੀਅਨ ਦਾ ਵੱਡਾ ਜਿਹੜਾ ਫਰਕ ਆ ਉਹ ਕੀ ਆ ਮੌਰਗੇਜ ਦੇ ਮਾਮਲੇ ਵਿੱਚ ਜਾਂ ਜਿਵੇਂ ਸਟ੍ਰੈਸ ਟੈਸਟ ਦੇ ਮਾਮਲੇ ਵਿੱਚ? ਹਾਂਜੀ, ਦੇਖੋ ਜਿਹੜੀ ਕ੍ਰੈਡਿਟ ਯੂਨੀਅਨ ਨੇ, ਜਿਹੜੀਆਂ ਵੱਡੀਆਂ ਕ੍ਰੈਡਿਟ ਯੂਨੀਅਨ ਨੇ, ਸਮ ਦੇ ਫੋਲੋ ਦਾ ਸਟ੍ਰੈਸ ਟੈਸਟ ਐਂਡ ਸਮ ਡੋਂਟ। ਕਈ ਕ੍ਰੈਡਿਟ ਯੂਨੀਅਨ ਨਹੀਂ ਫੋਲੋ ਕਰਦੀਆਂ ਬਿਕੋਜ਼ ਕ੍ਰੈਡਿਟ ਯੂਨੀਅਨ ਮੋਨੀਟਰਡ ਬਾਈ ਦ ਪ੍ਰੋਵਿੰਸ਼ੀਅਲ ਅਥਾਰਟੀਜ਼। BC ਦੀ ਲੈਸ ਦੈਟ, ਅਲਬਰਟਾ ਡਿਫਰੈਂਟ, ontario different, where banks are by the federal OSFI. So ਜਿਹੜੀ ਕ੍ਰੈਡਿਟ ਯੂਨੀਅਨ ਦੀ ਗਾਈਡਲਾਈਨਸ ਦੇ ਫੋਲੋ ਦ ਪ੍ਰੋਵਿੰਸ, ਉਹਨਾਂ ਦੀ ਗਾਈਡਲਾਈਨਸ ਦੇ ਵਿੱਚ ਹਜੇ ਸਟ੍ਰੈਸ ਟੈਸਟ ਨਹੀਂ ਹੈਗਾ ਟੈਕਨੀਕਲੀ ਸਪੀਕਿੰਗ, ਬਟ ਦੇयर ਆਰ ਸਮ ਬੈਂਕਸ, ਦੇयर ਆਰ ਸਮ, ਮਨਾਹੀ ਨਹੀਂ ਹੈਗੀ ਕਿ ਤੁਸੀਂ ਨਹੀਂ ਫੋਲੋ ਕਰ ਸਕਦੇ, ਰਾਈਟ, ਦੇ ਕੈਨ। ਸਮ ਬਿਗ ਕ੍ਰੈਡਿਟ ਯੂਨੀਅਨ ਦੇ ਡੂ ਫੋਲੋ ਸਟ੍ਰੈਸ ਟੈਸਟ, ਬਟ ਬੈਂਕਸ ਇਟਸ ਮੈਂਡੇਟਰੀ। ਇੱਕ ਆਖਰੀ ਕੁਐਸਚਨ, ਕਿਸੇ ਬੰਦੇ ਨੇ ਮੌਰਗੇਜ ਹਜੇ ਲੈਣੀ ਆ ਸਾਲ ਬਾਅਦ, ਉਹਨੇ ਘਰ ਲੈਣਾ, ਉਹ ਪਲਾਨ ਕਰ ਰਿਹਾ, ਉਹ ਤੁਹਾਡੇ ਕੋਲ ਸਲਾਹ ਲੈਣ ਲਈ ਆ ਸਕਦਾ ਵੀ ਮੈਨੂੰ ਕੀ ਕਰਨਾ ਚਾਹੀਦਾ ਜਾਂ ਕਿਹੜੇ ਸਟੈਪ ਹੋ ਸਕਦੇ ਜਾਂ ਵਾਈ ਨਾਟ, ਦੈਟਸ ਵਾਟ ਵੀ ਆਰ ਹੇਅਰ ਫॉर ਜੀ। 100% ਲਾਈਕ ਆਪਦੇ ਕੋਈ ਵੀ ਜਿਹੜੀ ਵੀ ਤੁਹਾਡੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈਗੀ ਆ, ਗੋ ਟੂ them and then they can guide you. We advise our members, okay, that's what we are here for the betterment of the member, right? So ਮੇਰੇ ਕੋਲ ਬਹੁਤ ਆਉਂਦੇ ਆ ਲੋਕੀ, ਅੱਛਾ ਜੀ, ਮੈਂਬਰਸ ਬਹੁਤ ਹੋਣਗੇ ਜਿਹੜੇ ਪੁੱਛਦੇ ਆ ਕਿ ਸਾਨੂੰ ਕੀ ਕਰਨਾ ਚਾਹੀਦਾ। ਸੋ ਦੈਟ ਵਾਟ ਵੀ ਆਰ ਹੇਅਰ ਫॉर, ਟੂ ਪ੍ਰੋਵਾਈਡ ਦ ਗੁੱਡ ਐਡਵਾਈਸ ਟੂ them। ਜੀ ਸਿੱਧੂ ਸਾਹਿਬ, ਆਖਰ ਦੇ ਵਿੱਚ ਚੈਨਲ ਪੰਜਾਬੀ ਦੇ ਦਰਸ਼ਕਾਂ ਦੇ ਲਈ ਕੋਈ ਸੁਨੇਹਾ ਕਿ ਕਿਸ ਤਰ੍ਹਾਂ ਆਪਣਾ ਕ੍ਰੈਡਿਟ ਸਕੋਰ ਮੇਨਟੇਨ ਕੀਤਾ ਜਾ ਸਕਦਾ ਤੇ ਮੌਰਗੇਜ ਵਿੱਚ ਸੌਖ ਮਿਲੇ? ਜਾਂ ਆਪਣੇ ਫਾਈਨੈਂਸਿਸ ਨੂੰ ਕੰਟਰੋਲ ਦੇ ਵਿੱਚ ਰੱਖੋ, ਜਿੰਨੀ ਚਾਦਰ ਉਹਨਾਂ ਪੈਰ ਵਿਛਾਰੋ, ਤੇ ਪਲੱਸ ਆਪਣੀ ਪੇਮੈਂਟਸ ਨੂੰ ਰੈਗੂਲਰਲੀ ਵਾਟਐਵਰ ਤੁਸੀਂ ਟਰਮਸ ਤੁਹਾਡੀਆਂ ਹੈਗੀਆਂ ਨੇ ਉਸ ਹਿਸਾਬ ਦੇ ਨਾਲ ਆਪਣੀ ਪੇਮੈਂਟਸ ਕਰੋ ਤੇ ਐਵਰੀਥਿੰਗ ਵਿਲ ਬੀ ਗੋਇੰਗ ਗੁੱਡ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਜਸਕਰ, ਸ਼ੁਕਰੀਆ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਸੀ ਕੁਲਦੀਪ ਸਿੰਘ ਸਿੱਧੂ ਹੁਣਾਂ ਨਾਲ, ਜਿਹੜੀ ਮੌਰਗੇਜ ਦੇ ਸੰਬੰਧੀ ਬੜੇ ਮਹੱਤਵਪੂਰਨ ਨੁਕਤੇ ਨੇ। ਬੜੀਆਂ ਛੋਟੀਆਂ ਗੱਲਾਂ ਸਾਨੂੰ ਕਈ ਵਾਰੀ ਲੱਗਦੀਆਂ ਔਰ ਬਹੁਤ ਮਹੱਤਵਪੂਰਨ ਆ, ਸਾਡੇ ਕੋਲ ਕਈ ਵਾਰੀ ਸਮਾਂ ਨਹੀਂ ਹੁੰਦਾ ਕਿ ਅਸੀਂ ਉੱਥੇ ਜਾ ਕੇ ਗੱਲਬਾਤ ਕਰ ਸਕੀਏ, ਸੋ ਤੁਹਾਡੇ ਲਈ ਅੱਜ ਅਸੀਂ ਤੁਹਾਡੇ ਸਵਾਲ ਇਹਨਾਂ ਕੋਲੋਂ ਪੁੱਛਿਆ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।